Hello dear students, how are you? So this is our second video on the chapter Gauss law. ਜੇ ਤੁਸੀਂ ਪਹਿਲੀ ਵੀਡੀਓ ਅਜੇ ਤੱਕ ਨਹੀਂ ਦੇਖੀ ਤਾਂ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਰਿਹਾ। ਤਾਂ ਫਸਟ ਪਾਰਟ ਦੇ ਵਿੱਚ ਆਪਾਂ ਡਿਫਾਈਨ ਕੀਤਾ ਸੀ ਇਲੈਕਟ੍ਰਿਕ ਫਲਕਸ ਨੂੰ ਤੇ ਗੌਸ ਲਾਅ ਨੂੰ, which is very important। ਅੱਜ ਦੇ ਟੌਪਿਕ ਨੂੰ ਸਮਝਣ ਲਈ ਸਾਨੂੰ ਪਿਛਲੇ ਟੌਪਿਕ ਦੀ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਤਾਂ ਅੱਜ ਮੈਂ ਇੱਕ ਛੋਟੇ ਜਿਹੇ ਟੌਪਿਕ ਤੋਂ ਸਟਾਰਟ ਕਰ ਰਿਹਾ। ਪੋਜ਼ਿਟਿਵ ਚਾਰਜ ਦੀ ਫਲਕਸ ਆਊਟਵਰਡ ਹੁੰਦੀ ਹੈ ਤੇ ਉਸ ਨੂੰ ਆਪਾਂ ਪੋਜ਼ਿਟਿਵ ਲੈਂਦੇ ਹਾਂ, ਤੇ ਨੈਗੇਟਿਵ ਚਾਰਜ ਦੀ ਫਲਕਸ ਜਿਹੜੀ ਹੈ ਉਹ ਇਨਵਰਡ ਹੁੰਦੀ ਹੈ ਤੇ ਉਸ ਨੂੰ ਆਪਾਂ ਨੈਗੇਟਿਵ ਲੈਂਦੇ ਹਾਂ। ਜਿਸ ਤਰ੍ਹਾਂ ਮੈਂ ਤੁਹਾਨੂੰ ਡਰਾ ਕਰਕੇ ਦਿਖਾਣਾ, ਦੇਖੋ ਜੇ ਇੱਕ ਪੋਜ਼ਿਟਿਵ ਚਾਰਜ ਹੈ, ਸਪੋਜ਼ ਕਰੋ ਕਿ ਦਿਸ ਇਜ਼ ਪੋਜ਼ਿਟਿਵ ਚਾਰਜ। ਜਦੋਂ ਵੀ ਕਿਸੇ ਚਾਰਜ ਦੀ ਆਪਾਂ ਫਲਕਸ ਕੈਲਕੂਲੇਟ ਕਰਦੇ ਹਾਂ ਤਾਂ ਉਸ ਦੇ ਅਰਾਊਂਡ ਕੋਈ ਸਰਫੇਸ ਅਜ਼ਿਊਮ ਕਰਦੇ ਹਾਂ। ਚਲੋ ਕਿਸੇ ਏਰੀਆ ਦੇ ਵਿੱਚੋਂ ਜੇ ਆਪਾਂ ਇਹਦੀ ਫਲਕਸ ਕੈਲਕੂਲੇਟ ਕਰਨੀ ਹੈ ਤਾਂ ਆਪਾਂ ਇਸ ਦੇ ਅਰਾਊਂਡ ਇੱਕ ਸਰਫੇਸ ਡਰਾ ਕਰਦੇ ਹਾਂ। ਤਾਂ ਜੋ ਸਰਫੇਸ ਆਪਾਂ ਡਰਾ ਕਰਦੇ ਹਾਂ ਇਸ ਦੇ ਅਰਾਊਂਡ ਸਿਮੈਟ੍ਰੀਕਲ ਸਰਫੇਸ, ਤਾਂ ਉਸ ਸਰਫੇਸ ਨੂੰ ਆਪਾਂ ਗੌਸੀਅਨ ਸਰਫੇਸ ਕਹਿੰਦੇ ਹਾਂ। ਗੌਸੀਅਨ ਸਰਫੇਸ, ਠੀਕ ਹੈ ਜੀ। ਤਾਂ ਪੋਜ਼ਿਟਿਵ ਚਾਰਜ ਹੈ, ਇਸ ਦੀ ਫਲਕਸ ਆਪਾਂ ਪਹਿਲਾਂ ਵੀ ਡਰਾ ਕਰ ਚੁੱਕੇ ਹਾਂ ਕਿ ਇਹ ਕੀ ਹੋਏਗੀ, ਆਊਟਵਰਡ ਹੋਏਗੀ। ਜੇ ਇਹ ਚਾਰਜ ਕਿਊ ਹੈ, ਇਫ ਇਟ ਇਜ਼ ਕਿਊ ਪਲੱਸ ਕਿਊ, ਤਾਂ ਫਲਕਸ ਕਿੰਨੀ ਹੋਏਗੀ ਜੀ, ਫਲਕਸ ਹੋਏਗੀ ਜੀ ਕਿਊ ਡਿਵਾਈਡਡ ਬਾਏ ਐਪਸਾਈਲਨ ਨੋਟ। ਜੇ ਇਸੇ ਤਰ੍ਹਾਂ ਹੀ ਨੈਗੇਟਿਵ ਚਾਰਜ ਹੈ, ਸਪੋਜ਼ ਕਰੋ ਜੀ ਨੈਗੇਟਿਵ ਚਾਰਜ ਹੈ, ਇਟ ਇਜ਼ ਮਾਈਨਸ ਕਿਊ, ਤਾਂ ਤੁਸੀਂ ਇਸ ਨੂੰ ਇੱਕ ਸਾਈਨ ਕਨਵੈਂਸ਼ਨ ਮੰਨ ਸਕਦੇ ਹੋ ਕਿ ਜੇ ਇਹ ਚਾਰਜ ਮਾਈਨਸ ਕਿਊ ਹੈ ਤਾਂ ਇਸ ਦੀ ਫਲਕਸ ਹੋਏਗੀ ਜੀ ਮਾਈਨਸ ਕਿਊ ਡਿਵਾਈਡਡ ਬਾਏ ਐਪਸਾਈਲਨ ਨੋਟ। ਦੇਖੋ ਜਦੋਂ ਫੋਰਸ ਕੈਲਕੂਲੇਟ ਕੀਤਾ ਸੀ, ਫੀਲਡ ਕੈਲਕੂਲੇਟ ਕੀਤਾ ਸੀ, ਤਾਂ ਆਪਾਂ ਦੱਸਿਆ ਸੀ ਕਿ ਚਾਰਜ ਦੇ ਨਾਲ ਜੇ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਤਾਂ ਆਪਾਂ ਉਹਦਾ ਮੈਗਨੀਚਿਊਡ ਹੀ ਲੈਂਦੇ ਸੀ, ਕਿਉਂਕਿ ਉਹ ਵੈਕਟਰ ਕੁਆਂਟਿਟੀ ਸੀਗੀਆਂ। ਤਾਂ ਆਪਾਂ ਉਹਨਾਂ ਦੀ ਡਾਇਰੈਕਸ਼ਨ ਉਸ ਦੇ ਅਕੋਰਡਿੰਗ ਦੱਸ ਸਕਦੇ ਸੀ ਕਿ ਫੋਰਸ ਦੀ ਡਾਇਰੈਕਸ਼ਨ ਕਿਸ ਪਾਸੇ ਹੈ, ਫੀਲਡ ਦੀ ਡਾਇਰੈਕਸ਼ਨ ਕਿਸ ਪਾਸੇ ਹੈ, ਠੀਕ ਹੈ। ਬਟ ਇੱਥੇ ਇੱਕ ਸਕੇਲਰ ਕੁਆਂਟਿਟੀ ਹੈ, ਠੀਕ ਹੈ। ਤਾਂ ਫਲਕਸ ਆਊਟਵਰਡ ਵੀ ਹੋ ਸਕਦੀ ਹੈ, ਇਨਵਰਡ ਵੀ ਹੋ ਸਕਦੀ ਹੈ। ਇਸ ਦੇ ਅੰਦਰ ਡਾਈਪੋਲ ਪਲੇਸਡ ਹੈ, ਟੂ ਇਕੁਅਲ ਐਂਡ ਆਪੋਜ਼ਿਟ ਚਾਰजेस ਮਾਈਨਸ ਕਿਊ ਤੇ ਪਲੱਸ ਕਿਊ, ਤਾਂ ਇਸ ਦੇ ਅੰਦਰ ਟੋਟਲ ਚਾਰਜ 0 ਹੈ, ਠੀਕ ਹੈ ਨਾ। ਤੇ ਇਸ ਦੇ ਅੰਦਰ ਨੈਗੇਟਿਵ ਚਾਰਜ ਕਰਕੇ ਜਿੰਨੀ ਫਲਕਸ ਅੰਦਰ ਵੱਲ ਆਏਗੀ, ਪੋਜ਼ਿਟਿਵ ਚਾਰਜ ਕਰਕੇ ਉਨੀ ਹੀ ਫਲਕਸ ਬਾਹਰ ਵੱਲ ਜਾਏਗੀ। ਤਾਂ ਟੋਟਲ ਫਲਕਸ ਕਿੰਨੀ ਹੋ ਜਾਏਗੀ ਜੀ, ਗੌਸ ਲਾਅ ਦੇ ਅਕੋਰਡਿੰਗ ਟੋਟਲ ਚਾਰਜ ਇਜ਼ 0 divided by epsilon naught, answer is 0। the total electric flux is 0। ਤਾਂ ਪੋਜ਼ਿਟਿਵ ਚਾਰਜ ਦੀ ਜੋ ਫਲਕਸ ਹੈ ਉਹ ਆਊਟਵਰਡ ਹੈ ਤੇ ਪੋਜ਼ਿਟਿਵ ਹੈ, ਨੈਗੇਟਿਵ ਚਾਰਜ ਦੀ ਜੋ ਫਲਕਸ ਹੈ ਉਹ ਇਨਵਰਡ ਹੈ ਤੇ ਨੈਗੇਟਿਵ ਹੈ, ਠੀਕ ਹੈ। ਤੇ ਜੇ ਇੱਕ ਨਾਲੋਂ ਜ਼ਿਆਦਾ ਚਾਰजेस ਹੈ ਤਾਂ ਫਿਰ ਆਪਾਂ ਉਹਨਾਂ ਦੀ ਫਲਕਸ ਉਸੇ ਤਰੀਕੇ ਨਾਲ ਸਾਰੇ ਚਾਰजेस ਦੀ ਫਲਕਸ ਨੂੰ ਕੈਲਕੂਲੇਟ ਕਰ ਲੈਂਦੇ ਹਾਂ ਜੀ, ਤੇ ਆਪਣੇ ਕੋਲ ਟੋਟਲ ਫਲਕਸ ਉਹ ਆ ਜਾਂਦੀ। ਤਾਂ ਨੈਕਸਟ ਟੌਪਿਕ ਹੈ ਜੀ ਆਪਣਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਡਿਊ ਟੂ ਇਨਫਾਈਨਾਈਟਲੀ ਲੌਂਗ ਲਾਈਨ ਚਾਰਜ। ਆਪਣੇ ਕੋਲ ਲਾਈਨ ਚਾਰਜ ਹੈ, ਤਾਂ ਇੱਕ ਲਾਈਨ ਦੇ ਉੱਪਰ ਚਾਰਜ ਹੈ, ਵਾਇਰ ਦੇ ਉੱਪਰ ਚਾਰਜ ਹੈ ਵਿਚ ਇਜ਼ ਵੈਰੀ ਲੌਂਗ, ਤਾਂ ਆਪਾਂ ਉਸ ਨੂੰ ਇਨਫਾਈਨਾਈਟਲੀ ਲੌਂਗ ਵੀ ਕਹਿ ਦਿੰਦੇ ਹਾਂ। ਜਿਸ ਤਰ੍ਹਾਂ ਕਿ ਆਪਾਂ ਇਹ ਅਜ਼ਿਊਮ ਕੀਤਾ ਜਿਸ ਦੇ ਉੱਪਰ ਪੋਜ਼ਿਟਿਵ ਚਾਰਜ ਹੈ, ਤਾਂ ਆਪਾਂ ਹਮੇਸ਼ਾ ਹੀ ਪੋਜ਼ਿਟਿਵ ਚਾਰਜ ਅਜ਼ਿਊਮ ਕਰਦੇ ਹੁੰਦੇ ਹਾਂ। ਤਾਂ ਇਸ ਕੇਸ ਦੇ ਵਿੱਚ ਵੀ ਆਪਾਂ ਪੋਜ਼ਿਟਿਵ ਚਾਰਜ ਇਨਫਾਈਨਾਈਟਲੀ ਲੌਂਗ, ਮਤਲਬ ਕਿ ਇਸ ਦੀ ਲੈਂਥ ਬਹੁਤ ਜ਼ਿਆਦਾ ਹੈ। ਤਾਂ ਆਪਾਂ ਇਹ ਦੱਸਦੇ ਹਾਂ ਕਿ ਗੌਸ ਥਿਊਰਮ ਦੀ ਹੈਲਪ ਦੇ ਨਾਲ ਆਪਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਵੀ ਕੈਲਕੂਲੇਟ ਕਰ ਸਕਦੇ ਹਾਂ। ਉਹੀ ਆਪਾਂ ਇੱਥੇ ਕਰਨ ਜਾ ਰਹੇ ਹਾਂ ਕਿ ਗੌਸ ਥਿਊਰਮ ਨੂੰ ਯੂਜ਼ ਕਰਾਂਗੇ ਅਤੇ ਉਹਦੀ ਹੈਲਪ ਦੇ ਨਾਲ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਫਾਈਂਡ ਕਰਾਂਗੇ ਡਿਊ ਟੂ ਦਿਸ ਇਨਫਾਈਨਾਈਟਲੀ ਲੌਂਗ ਲਾਈਨ ਚਾਰਜ। ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਵੈਸੇ ਤਾਂ ਪੋਜ਼ਿਟਿਵ ਚਾਰਜ ਸਾਨੂੰ ਪਤਾ ਹੈ ਜੀ ਇਹ ਅਵੇ ਹੋਏਗੀ, ਠੀਕ ਹੈ ਨਾ, ਕਿਉਂਕਿ ਜਿਸ ਵੀ ਪੁਆਇੰਟ 'ਤੇ ਆਪਾਂ ਅਜ਼ਿਊਮ ਕਰਦੇ ਹਾਂ ਤਾਂ ਇਹ ਅਵੇ ਹੋਏਗੀ। ਨੀਚੇ ਵੀ ਕੋਈ ਪੁਆਇੰਟ ਲਵਾਂਗੇ ਤਾਂ ਉਸ ਪੁਆਇੰਟ ਤੋਂ ਅਵੇ ਹੋਏਗੀ। ਬਟ ਪਹਿਲਾਂ ਆਪਾਂ ਇਹ ਕਲੀਅਰ ਕਰੀਏ ਫਿਰ ਕਿ ਜੋ ਆਪਾਂ ਕਹਿ ਰਹੇ ਹਾਂ ਠੀਕ ਹੈ। ਤਾਂ ਆਪਾਂ ਸਪੋਜ਼ ਕਰਦੇ ਹਾਂ ਜੀ ਇੱਕ ਪੁਆਇੰਟ ਹੈ, ਆਪਾਂ ਇੱਕ ਵਾਇਰ ਦੇ ਨਜ਼ਦੀਕ ਇੱਕ ਪੁਆਇੰਟ ਲੈ ਲੈਂਦੇ ਹਾਂ, ਸਪੋਜ਼ ਇਟ ਇਜ਼ P, ਠੀਕ ਹੈ। ਤਾਂ P ਪੁਆਇੰਟ ਦਾ ਜੋ ਕੁਛ ਡਿਸਟੈਂਸ ਹੈ ਵਾਇਰ ਤੋਂ, ਤਾਂ ਸਪੋਜ਼ ਕਰੋ ਕਿ ਇੱਥੇ ਇੱਕ ਵਾਇਰ ਦਾ ਪਾਰਟ ਅਜ਼ਿਊਮ ਕਰਦੇ ਹਾਂ ਜਿਹਦੇ ਉੱਪਰ ਸਮਾਲ ਚਾਰਜ ਹੈ DQ। ਤਾਂ ਇਸ DQ ਚਾਰਜ ਦੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੋਏਗੀ DE।
सेम वे नाल जे आपां सेम डिस्टेंस ते दूसरी साइड ते एक एलीमेंट अज्यूम करते हैं, सपोज करो जी इत्थे एलीमेंट अज्यूम किया, ये भी डी क्यू है, तो जो आप डी क्यू दूसरी साइड पर भी अज्यूम करते हैं तो इसकी इलैक्ट्रिक फील्ड इंटेंसिटी का मैगनीट्यूड भी डी ई ही होएगा। तो सपोज करो डी ई थीटा एंगल बना रहा है वायर के नाल, तो ये भी एंगल थीटा होएगा। तो आप इस डी ई के कंपोनेंट्स बना सकते हैं, ये जस्ट आप इसकी डायरैक्शन फाइंड करने के लिए कर रहे हैं। जे ये एंगल थीटा होएगा तो ये भी एंगल थीटा होएगा जी, ये भी थीटा होएगा। तो डी ई के कंपोनेंट बन गए, इस साइड पे बनेगा जी डी ई कॉस थीटा, इस तरह डी ई कॉस थीटा ऑन द अदर साइड इस डी ई का। तो उपर वाले पासे कंपोनेंट बन गए जी इस साइड पे डी ई साइन थीटा, दोनों करके डी ई साइन थीटा। तो देखो जी हुण जिहड़े डी ई है इसनों आप कंपोनेंट च रिजोल्व कर देंगे डी ई कॉस थीटा तो डी ई साइन थीटा। इस तरह इस डी ई नूं भी आप कंपोनेंट से रिजोल्व कर देंगे डी ई कॉस थीटा तो डी ई साइन थीटा। जिहड़े डी ई कॉस थीटा कंपोनेंट्स है वो कैंसल हो रहे हैं, बाकी बच किहड़े रहे डी ई साइन थीटा कंपोनेंट्स। इसका मतलब जिहड़े डी ई साइन थीटा कंपोनेंट्स है वो वायर तो अवे है, उन्होंने करके रिजल्टेंट इलैक्ट्रिक फील्ड इंटेंसिटी आएगी टोटल ई आएगा। इसका मतलब कितने भी आप फाइंड करांगे तो इलैक्ट्रिक फील्ड इंटेंसिटी अवे होएगी। जो आप इस पॉइंट पर फाइंड करांगे तो वो भी बाकी सारे कंपोनेंट्स कैंसल हो गए, इस साइड पर आएगी। इस डायग्राम को बनाने का अपना एक ही मकसद है कि इलैक्ट्रिक फील्ड इंटेंसिटी अवे ही होएगी। ठीक है, तो तुसी इस डायग्राम को स्किप भी कर सकते हो जस्ट बाय सेइंग कि इलैक्ट्रिक फील्ड इंटेंसिटी विल बी अवे। ठीक है, तो डेरीवेशन लिए असीं की कंसीडर कर रहे हैं, असीं कंसीडर कर रहे हैं जी इनफाइनेटली लॉन्ग वायर हैविंग लीनियर चार्ज डेंसिटी यूनीफॉर्म चार्ज डेंसिटी लैम्डा, कि उसके उपर लैम्डा जिहड़ी है वो लीनियर चार्ज डेंसिटी है। तो गॉस थ्योरम के अकॉर्डिंग आपां नूं एक क्लोज्ड सरफेस चाहिए होंदी है। तो हुण इनफाइनेटली लॉन्ग वायर है, सारी दे अराउंड तो आपां क्लोज्ड सरफेस अज्यूम नहीं कर सकते, आपां एक सिमैट्रिकल क्लोज्ड सरफेस ड्रॉ करनी होंदी है। तो उस सिमैट्रिकल क्लोज्ड सरफेस नूं की नाम दिंदे आ जी, गॉसियन सरफेस। तो जिस तरह की चार्ज डिस्ट्रीब्यूशन होएगी उस तरह की उनके अराउंड गॉसियन सरफेस होएगी। जिमें कि वायर है तो वायर के अराउंड सिलेंड्रिकल सिमैट्री बनती है। तो देखो इस वायर के कुछ पोर्शन के अराउंड आपां एक सिलेंडर ड्रॉ कर लैंदे आ। सरफेस नूं अज्यूम करने का मकसद है कि इस दे अंदर जिन्ना चार्ज है उनके करके आपां इलैक्ट्रिक फ्लक्स कैलकुलेट कर सकते हैं यूजिंग गॉस लॉ। तो अकॉर्डिंग टू गॉस लॉ की हुंदा जी, जी टोटल फ्लक्स है थ्रू द क्लोज्ड सरफेस दैट इज़ इक्वल टू, ये तो फॉर्मूला हो गया ई डॉट डी एस, उसनूं कैलकुलेट करन दा किस दे इक्वल हुंदी है टोटल चार्ज इनसाइड द सरफेस डिवाइडेड बाय एप्सिलॉन नॉट। सिर्फ इस दे अंदर जो चार्ज है, ठीक है, मैं सारे चार्ज की गल नहीं कर रहा क्योंकि आप क्लोज्ड सरफेस के अंदरला चार्ज लेना होंदा जी, जिन्ना चार्ज इस दे इनसाइड है। तो आप इस दे इनसाइड चार्ज अज्यूम कर लेने कि क्यू है। तो क्यू नूं आप फाइंड कर लांगे इन टर्म्स ऑफ लैम्डा, क्योंकि सानूं पता है जी लैम्डा किस दे इक्वल हुंदा है, लैम्डा इज़ इक्वल टू चार्ज डिवाइडेड बाय लेंथ। तो आप इसकी लेंथ एल अज्यूम कर ली है। ठीक है, तो चार्ज किस दे इक्वल हो जाएगा, जिहड़ा क्यू हो जाएगा जी क्यू इज़ इक्वल टू लैम्डा एल हो जाएगा। तो आप नैक्सट स्टैप दे विच इत्थे सबस्टिट्यूट कर देंगे। हुण गल रही जी इलैक्ट्रिक फील्ड इंटेंसिटी कैलकुलेट करने की, आपां नूं पता तो लग ही गया कि अवे होएगी जिथे मर्जी आप फाइंड कर लीए कि इत्थे आपां एक छोटा जिहा एरिया अज्यूम करते हैं जिस तरह आप पहलां करते आए हैं। ये एरिया कितना है, ये एरिया डी एस है, आप डी एस एरिया अज्यूम करते हैं। तो इलैक्ट्रिक फील्ड इंटेंसिटी की होएगी अवे। ठीक है, तो ये कर्व्ड सरफेस है जी साइड वाली, इनके उपर आप अज्यूम कर लिया। इस तरह ही है जी साइड वाली सरफेस है, इनके उपर भी आप एक एरिया अज्यूम कर लिया। तो एरिया के उपर जो आप एरिया की डायरेक्शन शो करते हैं तो एरिया का वैक्टर इस साइड पर बनेगा डी एस। ठीक है, तो इलैक्ट्रिक फील्ड इंटेंसिटी वो की होनी है, वो तो अवे ही होएगी जी। ठीक है, इस तरह जो आप इधर अज्यूम करते हैं कोई भी एरिया, जिमें आप एरिया अज्यूम कर लिया, तो एरिया के उपर जो एरिया की डायरेक्शन शो करने वाला वैक्टर है डी एस है या एन कैप है वो इस साइड पर होएगा। तो जो इलैक्ट्रिक फील्ड इंटेंसिटी है वो अवे होएगी। आप इत्थे कर ही रहे हैं जी क्लोज्ड सरफेस है, इनू आप 3 हिस्सों के ब्रेक कर रहे हैं। ये सारी क्लोज्ड सरफेस है, इसनों आप 3 पार्ट्स के ब्रेक कर रहे हैं। 2 तो हो गई जी साइडा वालियाँ
ਸਰਕੂਲਰ ਸਰਫੇਸਿਸ, ਤੇ ਇੱਕ ਹੋ ਗਈ ਜੀ ਕਰਵਡ ਸਰਫੇਸ ਜੋ ਸਿਲੰਡਰ ਦੀ ਹੁੰਦੀ ਹੈ। ਠੀਕ ਹੈ, ਤਾਂ ਇਹਨਾਂ ਦੀ ਜਦੋਂ ਫਲਕਸ ਕੈਲਕੂਲੇਟ ਕਰਾਂਗੇ E ਡੋਟ ds ਕਰਾਂਗੇ ਤਾਂ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਟੂਵਰਡਸ ਦਾ ਫਲਕਸ E ds cos ਥੀਟਾ ਕਿੰਨੀ ਹੋ ਜਾਏਗੀ, E ds cos 90 ਮਤਲਬ 0। ਇਹਦੀ ਵੀ E ds cos 0, E ds cos 90 ਕਿੰਨੀ ਹੋ ਜਾਏਗੀ 0। ਬਾਕੀ ਬਚੇਗਾ ਜੀ A। ਇਹਦੇ ਵਿੱਚ E ਤੇ ds ਜੋ ਹੈ ਜਾਂ n ਕੈਪ ਹੈ ਉਹ ਸੇਮ ਡਾਇਰੈਕਸ਼ਨ 'ਚ ਹੈ, ਤਾਂ ਇਹਦੀ ਆਪਾਂ ਜਿਹੜੀ ਫਲਕਸ ਹੈ ਉਹ ਇਕੱਲੀ ਇਸ ਸਰਫੇਸ ਕਰਕੇ ਹੀ ਕੈਲਕੂਲੇਟ ਕਰਦੇ ਹਾਂ। ਤਾਂ ਹੁਣ ਕੀ ਹੋਏਗਾ ਜੀ, ਆਪਾਂ ਦੱਸਤਾ ਦੀ ਜਿਹੜੀਆਂ ਇਹ ਸਰਫੇਸ ਆਪਾਂ ਇਹਨੂੰ 3 ਪਾਰਟਸ ਦੇ ਵਿੱਚ ਬ੍ਰੇਕ ਕਰ ਲਿਆ। ਜਿਹੜੀਆਂ ਇਹ 2 ਸਾਈਡਾਂ ਵਾਲੀਆਂ ਸਰਫੇਸ ਹੈ ਉਹਨਾਂ ਕਰਕੇ ਜਿਹੜੀ ਫਲਕਸ ਦੀ ਕੰਟਰੀਬਿਊਸ਼ਨ ਹੈ ਉਹ 0 ਹੋ ਜਾਏਗੀ। ਠੀਕ ਹੈ, ਤਾਂ ਆਪਾਂ ਇੱਥੇ ਦੱਸਾਂਗੇ ਜੀ ਦ ਕੰਟਰੀਬਿਊਸ਼ਨ ਟੂ ਫਲਕਸ the contribution to electric flux due to the side surfaces, ਇਹ ਵਾਲੀਆਂ ਸਾਈਡ ਸਰਫੇਸਿਸ ਇਹ 0 ਹੋ ਜਾਏਗੀ ਜੀ। ਕਿਉਂ, ਬਿਕੋਜ਼ E is perpendicular to ds, ਕਿ E ਤੇ ds perpendicular ਹੈ, ਮਤਲਬ ਥੀਟਾ ਕਿੰਨਾ ਹੈ ਜੀ 90 ਡਿਗਰੀ। E ds cos 90 ਕੀ ਹੋ ਜਾਏਗਾ 0। ਤਾਂ ਫਿਰ ਕਿਹੜੀ ਸਰਫੇਸ ਰਹਿ ਜਾਏਗੀ, ਕੱਲੀ ਕਰਵਡ ਸਰਫੇਸ ਰਹਿ ਜਾਏਗੀ। ਤਾਂ ਇਹ ਫਾਰਮੂਲਾ ਕਾਹਦੇ 'ਚ ਬਦਲ ਜਾਏਗਾ, ਜਿਹੜੀ ਆਪਣੀ ਫਲਕਸ ਹੈ ਤਾਂ ਹੁਣ ਕਲੋਜ਼ਡ ਦਾ ਸਾਈਨ ਨਹੀਂ ਆਏਗਾ, ਹੁਣ ਸਿਰਫ E ਡੋਟ ds ਰਹਿ ਜਾਏਗਾ। ਕਿਹੜੀ ਸਰਫੇਸ ਕਰਕੇ, ਕੱਲੀ ਕਰਵਡ ਸਰਫੇਸ ਕਰਕੇ। ਇਸ ਨੂੰ ਸੋਲਵ ਕਰ ਲਾਂਗੇ ਜੀ ਤਾਂ ਆਪਣਾ ਆਨਸਰ ਆ ਜਾਏਗਾ। ਤਾਂ ਆਪਾਂ ਇਸ ਨੂੰ ਸੋਲਵ ਕਰਨਾ ਹੈ ਜੀ। ਠੀਕ ਹੈ, ਤਾਂ E ds cos 0 ਹੋ ਜਾਏਗਾ ਕਿਉਂਕਿ ਇਹਦੇ ਵਿੱਚ ਡਾਇਗਰਾਮ ਦੇ ਵਿੱਚ ਦੇਖੋ E ਤੇ ds ਦੋਨੋਂ ਸੇਮ ਡਾਇਰੈਕਸ਼ਨ 'ਚ ਹੈ। ਠੀਕ ਹੈ, ਤਾਂ E ds cos 0 ਹੋ ਜਾਏਗਾ। ਤੇ ਲੈਮਡਾ ਦੀ ਵੈਲਿਊ ਆਪਾਂ ਕਿੰਨੀ, Q ਦੀ ਵੈਲਿਊ ਕਿੰਨੀ ਫਾਈਂਡ ਕਰ ਰੱਖੀ ਹੈ, ਲੈਮਡਾ L, ਜਿਹੜਾ ਚਾਰਜ ਸਿਰਫ ਇਹਦੇ ਅੰਦਰ ਹੈ। ਤਾਂ ਲੈਮਡਾ ਕਿਸ ਦੇ ਇਕੁਅਲ ਹੁੰਦਾ ਹੈ, Q ਡਿਵਾਈਡਡ ਬਾਈ L, ਚਾਰਜ ਡਿਵਾਈਡਡ ਬਾਈ ਲੈਂਥ। ਤਾਂ ਚਾਰਜ ਕਿਸ ਦੇ ਇਕੁਅਲ ਹੋ ਗਿਆ, ਲੈਮਡਾ ਇਨਟੂ L। ਤਾਂ Q ਦੀ ਵੈਲਿਊ ਹੋ ਗਈ ਜੀ ਲੈਮਡਾ L ਡਿਵਾਈਡਡ ਬਾਈ ਐਪਸਾਈਲਨ ਨੋਟ। cos 0 ਕਿੰਨਾ ਹੁੰਦਾ, cos 0 ਕਿੰਨਾ ਹੁੰਦਾ ਜੀ 1। ਠੀਕ ਹੈ, E ਆਪਾਂ ਆਊਟਸਾਈਡ ਲਿਖ ਲੈਣੇ ਆ ਜੀ ਕਿਉਂਕਿ ਕੌਨਸਟੈਂਟ ਹੈ, ਅੰਦਰ ਗਿਰਿਆ ਜਾਏਗਾ ਜੀ ds ਇਜ਼ ਇਕੁਅਲ ਟੂ ਲੈਮਡਾ L ਡਿਵਾਈਡਡ ਬਾਈ ਐਪਸਾਈਲਨ ਨੋਟ। ਤੇ ds ਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ, ds ਦੀ ਇੰਟੀਗ੍ਰੇਸ਼ਨ ਹੁੰਦੀ ਹੈ ਜੀ S ਟੋਟਲ ਸਰਫੇਸ ਏਰੀਆ ਇਜ਼ ਇਕੁਅਲ ਟੂ ਲੈਮਡਾ L ਡਿਵਾਈਡਡ ਬਾਈ ਐਪਸਾਈਲਨ ਨੋਟ। ਕਿਹੜਾ ਸਰਫੇਸ ਏਰੀਆ ਜੀ ਇਹ, ਕਰਵਡ ਸਰਫੇਸ ਏਰੀਆ। ਤੇ ਸਿਲੰਡਰ ਦਾ ਕਰਵਡ ਸਰਫੇਸ ਏਰੀਆ ਕਿੰਨਾ ਹੁੰਦਾ ਹੈ 2πr L, ਇਹ ਯਾਦ ਰੱਖਣਾ ਜੀ ਫਾਰਮੂਲਾ। ਠੀਕ ਹੈ, ਤੇ ਇੱਥੇ ਪੁੱਟ ਕਰ ਦਿੰਦੇ ਆ E ਇੰਟੂ 2πr L ਇਜ਼ ਇਕੁਅਲ ਟੂ ਲੈਮਡਾ L ਡਿਵਾਈਡਡ ਬਾਈ ਐਪਸਾਈਲਨ ਨੋਟ। ਦੋਨੋਂ ਸਾਈਡ ਤੋਂ L ਦੀ ਵੈਲਿਊ ਕੈਂਸਲ ਹੋ ਜਾਏਗੀ ਤੇ E ਦੀ ਵੈਲਿਊ ਕੀ ਬਣ ਜਾਏਗੀ, ਲੈਮਡਾ ਡਿਵਾਈਡਡ ਬਾਈ 2πr ਐਪਸਾਈਲਨ ਨੋਟ। ਤਾਂ ਇੱਥੋਂ ਆਪਾਂ ਨੂੰ ਪਤਾ ਚੱਲਦਾ ਹੈ ਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕਿੰਨੀ ਹੋਏਗੀ। ਤੇ ਇੱਕ ਹੋਰ ਬਹੁਤ ਇੰਪੋਰਟੈਂਟ ਰਿਜ਼ਲਟ ਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਜਿਹੜੀ ਹੈ ਉਹ R ਦੇ ਇਨਵਰਸਲੀ ਪ੍ਰਪੋਰਸ਼ਨਲ ਹੋਏਗੀ। ਦੇਖੋ ਕਈ ਤਰ੍ਹਾਂ ਦੀਆਂ ਆਪਾਂ ਇਲੈਕਟ੍ਰਿਕ ਫੀਲਡ ਡਿਸਟਰੀਬਿਊਸ਼ਨਸ ਕੀਤੀਆਂ। ਜੇ ਆਪਾਂ ਪੁਆਇੰਟ ਚਾਰਜ ਦੀ ਗੱਲ ਕਰਦੇ ਹਾਂ, ਠੀਕ ਹੈ, ਤਾਂ ਪੁਆਇੰਟ ਚਾਰਜ ਲਈ ਕੀ ਹੁੰਦਾ, ਇਲੈਕਟ੍ਰਿਕ ਫੀਲਡ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ r²। ਠੀਕ ਹੈ, ਡਾਈਪੋਲ ਲਈ ਆਪਾਂ ਕੀਤਾ ਸੀ r³। ਤੇ ਜੇ ਆਪਾਂ ਲਾਈਨ ਚਾਰਜ ਕਰਦੇ ਹਾਂ, ਇੱਕ ਲਾਈਨ ਦੇ ਉੱਪਰ ਚਾਰਜ ਹੈ ਇਨਫਾਈਨਾਈਟਲੀ ਲੌਂਗ, ਤਾਂ ਉਹਦੇ ਲਈ ਕਿੰਨੀ ਵੈਲਿਊ ਆ ਗਈ ਜੀ, E ਜਿਹੜਾ ਇਨਵਰਸਲੀ ਪ੍ਰਪੋਰਸ਼ਨਲ ਹੈ ਉਹ r⁻1 ਦੇ ਹੈ। ਇਸ ਚੈਪਟਰ ਦੇ ਵਿੱਚ ਆਪਾਂ ਹੋਰ 2-3 ਡਿਸਟਰੀਬਿਊਸ਼ਨਸ ਕਰਾਂਗੇ। ਇੱਕ ਸਫੀਅਰ ਕਰਾਂਗੇ ਜੀ, ਪਲੇਨ ਸ਼ੀਟ ਆਫ ਚਾਰਜ ਕਰਾਂਗੇ। ਤਾਂ ਉਹਦੇ ਵਿੱਚ ਵੀ ਆਪਾਂ ਇਹੀ ਮੈਥਡ ਯੂਜ਼ ਕਰਾਂਗੇ ਕਿ ਇੱਕ ਸਿਮੈਟਰੀਕਲ ਗੌਸੀਅਨ ਸਰਫੇਸ ਉਸ ਦੇ ਰਾਊਂਡ ਡਰਾ ਕਰਾਂਗੇ। ਤੇ ਜਿਸ ਤਰ੍ਹਾਂ ਵਾਇਰ ਦੇ ਰਾਊਂਡ ਆਪਾਂ ਇੱਕ ਗੌਸੀਅਨ ਸਰਫੇਸ ਡਰਾ ਕੀਤੀ ਹੈ ਸਿਮੈਟਰੀਕਲ, ਤਾਂ ਉਸੇ ਤਰ੍ਹਾਂ ਆਪਾਂ ਮੈਥਡ ਨੂੰ ਯੂਜ਼ ਕਰਿਆ ਕਰਾਂਗੇ। ਤੇ ਉਸ ਦੇ ਅੰਦਰ ਕਿੰਨਾ ਚਾਰਜ ਹੈ ਇਹ ਕੈਲਕੂਲੇਟ ਕਰਕੇ ਤੇ ਉਹਦੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਜਿਹੜੀ ਹੈ ਉਹ ਕੈਲਕੂਲੇਟ ਕਰ ਲਾਂਗੇ। ਠੀਕ ਹੈ ਜੀ, ਤਾਂ ਆਈ ਹੋਪ ਕਿ ਤੁਹਾਨੂੰ ਸਮਝ ਲੱਗ ਗਿਆ ਹੋਏਗਾ। ਥੈਂਕ ਯੂ, ਆਲ ਦਾ ਬੈਸਟ, ਹੈਵ ਅ ਨਾਈਸ ਡੇ।